आओ दोस्तों, ਅੱਜ ਅਸੀਂ ਘਟਾਓ ਦੇ ਕੁਝ ਨਵੇਂ ਸਵਾਲ ਹੱਲ ਕਰਾਂਗੇ। ਚਲੋ ਸ਼ੁਰੂ ਕਰਦੇ ਹਾਂ। ਇਸ ਸਵਾਲ ਤੋਂ ਰਾਹੁਲ ਦੇ ਕੋਲ 16 ਲਾਟੂ ਹਨ। ਉਹਨਾਂ ਵਿੱਚੋਂ 4 ਲਾਟੂ ਵਿਕਾਸ ਨੂੰ ਦੇਣੇ ਹਨ। ਤਾਂ ਦੱਸੋ ਕਿ ਰਾਹੁਲ ਕੋਲ ਕਿੰਨੇ ਲਾਟੂ ਬਚਣਗੇ। ਸੋਚੋ ਇਸ ਨੂੰ ਅਸੀਂ ਕਿਵੇਂ ਹੱਲ ਕਰਾਂਗੇ। ਜਦੋਂ ਸੰਖਿਆਵਾਂ ਵਿੱਚੋਂ ਕੁਝ ਸੰਖਿਆ ਕੱਢ ਦਿੱਤੀ ਜਾਂਦੀ ਹੈ ਜਾਂ ਕੁਝ ਅੰਕ ਕੱਢ ਦਿੱਤੇ ਜਾਣ ਤਾਂ ਉੱਥੇ ਅਸੀਂ ਘਟਾਓ ਕਰਨਾ ਹੁੰਦਾ ਹੈ। ਚਲੋ ਦੇਖਦੇ ਹਾਂ ਇਸ ਨੂੰ ਕਿਵੇਂ ਹੱਲ ਕਰਾਂਗੇ। ਇਹ ਹੈ ਰਾਹੁਲ ਦੇ ਕੋਲ ਇਹ ਲਾਟੂ ਹਨ। ਕਿੰਨੇ ਪਿਆਰੇ ਹਨ, ਹੈ ਨਾ। ਦੇਖੋ ਇਹ ਕਿੰਨੇ ਹਨ। ਇਹ ਹਨ ਪੂਰੇ 10 ਅਤੇ ਉਸ ਕੋਲ ਇਹ 6 ਲਾਟੂ ਹੋਰ ਹਨ। ਇਸ ਤਰ੍ਹਾਂ ਹੋ ਗਏ ਹਨ ਪੂਰੇ 16 ਲਾਟੂ। ਆਓ ਇਹਨਾਂ ਨੂੰ ਅਸੀਂ ਇਕਾਈ ਅਤੇ ਦਹਾਈ ਵਿੱਚ ਵੰਡ ਦਿੰਦੇ ਹਾਂ। ਇਸ ਟੇਬਲ ਵਿੱਚ ਦੇਖੋ, ਇੱਥੇ ਇਕਾਈ ਦਾ ਅਰਥ ਹੈ 1 ਲਾਟੂ ਅਤੇ ਦਹਾਈ ਦਾ ਅਰਥ ਹੈ 10 ਲਾਟੂ। ਅਤੇ ਰਾਹੁਲ ਕੋਲ ਕਿੰਨੀਆਂ ਇਕਾਈਆਂ ਹਨ? 6 ਅਤੇ ਕਿੰਨੀਆਂ ਦਹਾਈਆਂ? 1 ਦਹਾਈ ਹੈ। ਹੁਣ ਵੇਖੋ 4 ਲਾਟੂ ਤਾਂ ਵਿਕਾਸ ਨੂੰ ਦੇਣੇ ਹਨ। ਇਹ ਹੈ ਵਿਕਾਸ ਅਤੇ ਇੱਥੇ ਇਕਾਈ ਵਿੱਚ ਜੋ 6 ਲਾਟੂ ਅਲੱਗ ਤੋਂ ਸੀ ਉਸ ਵਿੱਚੋਂ ਇਹ 4 ਲਾਟੂ ਵਿਕਾਸ ਨੂੰ ਦੇ ਦਿੱਤੇ ਹਨ। ਤਾਂ ਹੁਣ ਵਿਕਾਸ ਕੋਲ ਕਿੰਨੀਆਂ ਇਕਾਈਆਂ ਹਨ? 4 ਇਕਾਈਆਂ ਹਨ। ਹੁਣ ਅਸੀਂ ਕਰਾਂਗੇ ਘਟਾਓ। ਤੁਸੀਂ ਧਿਆਨ ਨਾਲ ਵੇਖੋ ਇਕਾਈਆਂ ਕਿੰਨੀਆਂ ਬਚ ਗਈਆਂ ਹਨ। ਰਾਹੁਲ ਦੇ ਕੋਲ 2 ਇਕਾਈਆਂ ਬਚੀਆਂ ਹਨ ਅਤੇ ਦਹਾਈਆਂ ਕਿੰਨੀਆਂ ਹਨ? ਅਜੇ ਵੀ 1 ਦਹਾਈ ਹੈ। ਜੇ ਸਾਰੇ ਮਿਲਾ ਦਿੱਤੇ ਜਾਣ ਤਾਂ ਇਹ 10 ਹਨ ਅਤੇ ਇਹ 2, ਤਾਂ ਕਿੰਨੇ ਹੋ ਗਏ? 12। ਇਸ ਤਰ੍ਹਾਂ ਰਾਹੁਲ ਕੋਲ 12 ਲਾਟੂ ਬਚਣਗੇ। ਅਗਲਾ ਸਵਾਲ ਦੇਖੋ। ਗੀਤਾ ਦੇ ਕੋਲ 24 ਲੱਡੂ ਹਨ। ਉਸ ਦੇ ਵਿੱਚੋਂ ਉਸ ਨੇ ਸੰਜੇ ਨੂੰ 11 ਲੱਡੂ ਦੇਣੇ ਹਨ। ਤਾਂ ਦੱਸੋ ਗੀਤਾ ਦੇ ਕੋਲ ਹੁਣ ਕਿੰਨੇ ਲੱਡੂ ਬਚਣਗੇ। ਚਲੋ ਹੱਲ ਕਰਦੇ ਹਾਂ। ਇਹ ਹੈ ਗੀਤਾ ਦੇ ਕੋਲ ਪਲੇਟ ਵਿੱਚ ਕੁਝ ਲੱਡੂ ਰੱਖੇ ਹੋਏ ਹਨ। ਦੋਵੇਂ ਪਲੇਟਾਂ ਵਿੱਚ ਕਿੰਨੇ ਹੋਣਗੇ? ਜੀ ਹਾਂ, ਦੋਵਾਂ ਪਲੇਟਾਂ ਵਿੱਚ 20 ਲੱਡੂ ਹੋਣਗੇ ਕਿਉਂਕਿ ਇੱਕ ਪਲੇਟ ਵਿੱਚ 10 ਹਨ ਅਤੇ ਇੱਥੇ ਇਸ ਇੱਕ ਪਲੇਟ ਵਿੱਚ ਅਲੱਗ ਤੋਂ 4 ਲੱਡੂ ਹਨ। ਇਹ ਇਸ ਤਰ੍ਹਾਂ 20 ਅਤੇ 4 ਮਿਲਾ ਕੇ ਬਣ ਗਏ 24 ਲੱਡੂ। ਹੁਣ ਵੇਖੋ ਅਸੀਂ ਇਹਨਾਂ ਨੂੰ ਇਕਾਈ ਅਤੇ ਦਹਾਈ ਵਿੱਚ ਕਿਸ ਤਰ੍ਹਾਂ ਵੰਡਾਂਗੇ। ਇੱਥੇ ਇਕਾਈ ਦਾ ਅਰਥ ਹੈ 1 ਲੱਡੂ ਅਤੇ ਦਹਾਈ ਦਾ ਅਰਥ ਹੈ ਇੱਕ ਪਲੇਟ ਵਿੱਚ ਰੱਖੇ ਇਹ 10 ਲੱਡੂ। ਇਸ ਤਰ੍ਹਾਂ ਗੀਤਾ ਦੇ ਕੋਲ ਦੇਖੋ ਕਿੰਨੀਆਂ ਇਕਾਈਆਂ ਹਨ? 4 ਅਤੇ ਦਹਾਈਆਂ ਕਿੰਨੀਆਂ ਹਨ? ਜੀ ਹਾਂ, 2 ਦਹਾਈਆਂ। ਹੁਣ ਕੀ ਕਰਨਾ ਹੈ? ਉਸ ਨੇ ਸੰਜੇ ਨੂੰ ਦੇਣੇ ਹਨ ਕਿੰਨੇ ਲੱਡੂ? 11। ਪਹਿਲਾਂ ਦਿੱਤਾ ਇਹ 1, ਇਕਾਈ ਵਿੱਚੋਂ ਦਿੱਤਾ 1 ਲੱਡੂ ਤੇ ਇਕਾਈ ਵਿੱਚ ਕਿੰਨੇ ਰਹਿ ਗਏ ਹਨ? 3 ਲੱਡੂ ਅਤੇ ਦਹਾਈ ਵਿੱਚੋਂ ਇਹ ਪੂਰੀ ਇੱਕ ਪਲੇਟ ਭਾਵ 10 ਲੱਡੂ ਦੇ ਦਿੱਤੇ ਹਨ। ਇਸ ਤਰ੍ਹਾਂ ਦਹਾਈ ਵਿੱਚ ਕਿੰਨੀਆਂ ਪਲੇਟਾਂ ਬਚੀਆਂ? 1 ਹੀ ਪਲੇਟ। ਚਲੋ ਦੇਖਦੇ ਹਾਂ ਹੁਣ ਗੀਤਾ ਦੇ ਕੋਲ ਕਿੰਨੇ ਲੱਡੂ ਬਚ ਗਏ ਹਨ। ਦੋਵਾਂ ਨੂੰ ਮਿਲਾਓ ਤਾਂ ਇਸ ਇੱਕ ਪਲੇਟ ਵਿੱਚ 10 ਅਤੇ ਇਹ ਅਲੱਗ ਤੋਂ 3, ਇਸ ਲਈ ਹੋ ਗਏ 13। ਹੁਣ ਗੀਤਾ ਕੋਲ 13 ਲੱਡੂ ਬਚ ਗਏ ਹਨ। ਅਗਲਾ ਸਵਾਲ ਦੇਖੋ। ਸੂਰਜ ਦੇ ਕੋਲ 23 ਤੀਲੀਆਂ ਸਨ। ਉਹਨਾਂ ਵਿੱਚੋਂ ਉਸ ਨੇ 12 ਤੀਲੀਆਂ ਰੀਨਾ ਨੂੰ ਦੇ ਦਿੱਤੀਆਂ ਹਨ। ਤਾਂ ਦੱਸੋ ਕਿ ਸੂਰਜ ਦੇ ਕੋਲ ਹੁਣ ਕਿੰਨੀਆਂ ਤੀਲੀਆਂ ਰਹਿ ਗਈਆਂ ਹਨ। ਤਾਂ ਇਹ ਹੈ ਸੂਰਜ ਅਤੇ ਸੂਰਜ ਕੋਲ ਹਨ 23 ਤੀਲੀਆਂ। ਕਿਸ ਤਰ੍ਹਾਂ? 10-10 ਤੀਲੀਆਂ ਦੇ 2 ਬੰਡਲ ਹਨ। ਇਹ ਹਨ 20 ਅਤੇ ਇਹ 3 ਤੀਲੀਆਂ ਅਲੱਗ ਤੋਂ ਹਨ। ਤਾਂ ਹੋ ਗਏ 23। ਹੁਣ ਇਸ ਨੂੰ ਟੇਬਲ ਵਿੱਚ ਰੱਖਦੇ ਹਾਂ। ਇੱਥੇ ਇਕਾਈ ਦਾ ਅਰਥ ਕੀ ਹੈ? ਜੀ ਹਾਂ, 1 ਤੀਲੀ ਅਤੇ ਦਹਾਈ ਦਾ ਅਰਥ ਹੈ 10 ਤੀਲੀਆਂ ਦਾ 1 ਬੰਡਲ। ਤੇ ਸੂਰਜ ਕੋਲ ਇਕਾਈ ਦੇ ਸਥਾਨ ਤੇ ਹੈ 3
ਅਤੇ ਦਹਾਈ ਦੇ ਸਥਾਨ ਤੇ 2 ਬੰਡਲ ਹਨ ਅਤੇ ਹੁਣ ਇਹ ਰੀਨਾ ਹੈ। ਇਹਨਾਂ ਨੂੰ ਕਿੰਨੀਆਂ ਤੀਲੀਆਂ ਦਿੱਤੀਆਂ? 2 ਤੀਲੀਆਂ। ਕਿੱਥੋਂ? ਇਕਾਈ ਵਿੱਚੋਂ। ਹੁਣ ਇਕਾਈ ਵਿੱਚ ਕਿੰਨੀਆਂ ਤੀਲੀਆਂ ਬਚ ਗਈਆਂ? 1। ਅਤੇ ਦਹਾਈ ਵਿੱਚੋਂ ਦਿੱਤਾ ਇਹ 1 ਬੰਡਲ। ਇਸ ਤਰ੍ਹਾਂ ਸੂਰਜ ਕੋਲ 1 ਬੰਡਲ ਹੀ ਰਹਿ ਗਿਆ ਹੈ। ਤਾਂ ਦੇਖਦੇ ਹਾਂ ਸੂਰਜ ਕੋਲ ਕੁੱਲ ਕਿੰਨੀਆਂ ਤੀਲੀਆਂ ਹੋ ਗਈਆਂ। ਵੇਖੋ, ਇਹ 1 ਬੰਡਲ ਅਤੇ ਇਹ 1 ਅਲੱਗ ਤੋਂ ਤੀਲੀ, ਦੋਨਾਂ ਨੂੰ ਮਿਲਾ ਕੇ ਬਣ ਗਏ 11। ਹੁਣ ਸੂਰਜ ਦੇ ਕੋਲ 11 ਤੀਲੀਆਂ ਰਹਿ ਗਈਆਂ ਹਨ। ਹੁਣ ਅਗਲਾ ਸਵਾਲ, ਇੱਕ ਕਲਾਸ ਵਿੱਚ 15 ਬੱਚੇ ਪੜ੍ਹਦੇ ਹਨ, ਉਹਨਾਂ ਵਿੱਚੋਂ 4 ਬੱਚੇ ਚਲੇ ਗਏ, ਤਾਂ ਦੱਸੋ ਹੁਣ ਕਿੰਨੇ ਬੱਚੇ ਪੜ੍ਹ ਰਹੇ ਹਨ। ਇਹ 10 ਬੱਚਿਆਂ ਦਾ ਇੱਕ ਸਮੂਹ ਹੈ ਅਤੇ 1 2 3 4 ਅਤੇ 5 ਬੱਚੇ ਵੱਖਰੇ ਹਨ, ਤਾਂ ਕੁੱਲ ਹੋ ਗਏ 15 ਬੱਚੇ। ਹੁਣ ਜੇਕਰ ਇੱਥੇ ਇਕਾਈ ਅਤੇ ਦਹਾਈ ਵਿੱਚ ਜਾਣੀਏ ਤਾਂ ਇਕਾਈ ਦਾ ਮਤਲਬ ਕੀ ਹੈ ਅਤੇ ਦਹਾਈ ਦਾ ਕੀ ਅਰਥ ਹੈ। ਦੇਖੋ, ਇਕਾਈ ਦਾ ਅਰਥ ਹੈ 1 ਬੱਚਾ ਅਤੇ ਦਹਾਈ ਦਾ ਅਰਥ ਹੈ 10 ਬੱਚਿਆਂ ਦਾ ਇੱਕ ਸਮੂਹ। ਤਾਂ ਇੱਥੇ ਹੈ 5 ਇਕਾਈਆਂ ਅਤੇ 1 ਦਹਾਈ। ਹੁਣ ਇਹ 4 ਬੱਚੇ ਇੱਥੋਂ ਚਲੇ ਗਏ ਹਨ, ਉਹਨਾਂ ਨੂੰ ਚੰਗਾ ਨਹੀਂ ਲੱਗ ਰਿਹਾ ਸੀ, ਤਾਂ ਇਹ 4 ਮੈਂ ਅਲੱਗ ਕਰ ਦਿੱਤੇ। ਫਿਰ ਇੱਥੇ ਕਿੰਨੀਆਂ ਇਕਾਈਆਂ ਬਚੀਆਂ? ਸਿਰਫ 1, ਮਤਲਬ ਸਿਰਫ 1 ਲੜਕੀ ਰਹਿ ਗਈ ਹੈ। ਅਤੇ ਦਹਾਈਆਂ ਕਿੰਨੀਆਂ ਹਨ? ਪੂਰੀ 1। ਅਤੇ ਜੇਕਰ ਇਹਨਾਂ ਨੂੰ ਮਿਲਾ ਦਿੱਤਾ ਜਾਵੇ ਤਾਂ ਇਸ ਤਰ੍ਹਾਂ ਇਹ 10 ਅਤੇ ਇਹ 1 ਮਿਲਾਉਣ ਤੇ ਬਣ ਗਏ 11। ਇਸ ਦਾ ਮਤਲਬ ਹੈ ਕਲਾਸ ਵਿੱਚ 11 ਬੱਚੇ ਪੜ੍ਹ ਰਹੇ ਹਨ। ਤਾਂ ਕਿਵੇਂ ਲੱਗੇ ਤੁਹਾਨੂੰ ਇਹ ਸਵਾਲ? ਮਜ਼ਾ ਆਇਆ? ਤੁਸੀਂ ਵੀ ਇਸ ਤਰ੍ਹਾਂ ਦੇ ਸਵਾਲ ਹੱਲ ਕਰਨੇ ਹਨ ਅਤੇ ਪੜ੍ਹਦੇ ਰਹਿਣਾ ਹੈ। ਅਸੀਂ ਫਿਰ ਮਿਲਾਂਗੇ।